ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਮੁੱਦਾ ਲੈ ਕੇ ਮੈਂ ਹਾਜ਼ਰ ਹਾਂ। ਜੇ ਭਾਰਤ ਦੀ ਗੱਲ ਕੀਤੀ ਜਾਵੇ ਤੇ ਲਗਾਤਾਰ ਸਮੀਕਰਨਾਂ ਬਦਲ ਰਹੀਆਂ। ਜਿਹਨੂੰ ਕਹਾਂ ਮੈਂ ਸਿਆਸੀ ਸਮੀਕਰਨਾਂ, ਉਹ ਲਗਾਤਾਰ ਬਦਲ ਰਹੀਆਂ ਨੇ। ਕਿਸਾਨੀ ਸੰਘਰਸ਼ ਇੱਕ ਕੋਨੇ ਦੇ ਵਿੱਚ ਚੱਲ ਰਿਹਾ ਤੇ ਦੂਸਰੇ ਕੋਨੇ ਦੇ ਵਿੱਚ ਹੁਣ ਇਲੈਕਸ਼ਨਸ ਨੂੰ ਲੈ ਕੇ ਬਿਗਲ ਵੱਜ ਗਿਆ ਹੈ। 5 ਸੂਬਿਆਂ ਦੇ ਵਿੱਚ ਇਲੈਕਸ਼ਨਸ ਹੋ ਰਹੇ ਨੇ ਔਰ ਇਹਨਾਂ ਦੇ ਉੱਤੇ ਸਾਰੇ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਨ ਲਈ ਅੱਜ ਕੁਝ ਵੱਖਰਾ ਹੈ। ਅੱਜ ਮੈਂ ਤੇ ਮੋਹਿਤ ਨਹੀਂ ਹੈ, ਮੇਰੇ ਨਾਲ ਸੀਨੀਅਰ ਪੱਤਰਕਾਰ ਨੇ ਗੁਰਮੀਤ ਸਿੰਘ ਪਲਾਹੀ ਜੀ। ਉਹਨਾਂ ਨੂੰ ਮੈਂ ਸਟੂਡੀਓ ਦੇ ਵਿੱਚੋਂ ਫੋਨ ਕੀਤਾ ਹੈ ਤੇ ਉਹਨਾਂ ਦੇ ਨਾਲ ਰਾਬਤਾ ਕਾਇਮ ਕੀਤਾ ਹੈ। ਸਰ, ਤੁਹਾਡਾ ਸਵਾਗਤ ਹੈ ਪਹਿਲਾਂ ਤਾਂ ਸਾਡੇ ਇਸ ਪ੍ਰੋਗਰਾਮ ਅੰਦਰ। ਮਿਹਰਬਾਨੀ ਜੀ, ਸ਼ੁਕਰੀਆ ਜੀ ਜਤਿੰਦਰ ਜੀ। ਜੀ, ਜਦੋਂ ਆਪਾਂ ਗੱਲ ਕਰਦੇ ਹਾਂ ਭਾਰਤ ਦੀਆਂ ਲਗਾਤਾਰ ਸਮੀਕਰਨਾਂ ਬਦਲਦੀਆਂ, ਆਪਾਂ ਸ਼ੁਰੂਆਤ ਮੈਨੂੰ ਲੱਗਦਾ ਜੇ ਪੰਜਾਬ ਤੋਂ ਹੀ ਕਰ ਲਈਏ ਤੇ ਨੌਦੀਪ ਕੌਰ ਨੂੰ ਜ਼ਮਾਨਤ ਮਿਲ ਗਈ ਹੈ। ਪਹਿਲਾਂ ਤਾਂ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਦੇਖੋ, ਬੜੀ ਅੱਛੀ ਗੱਲ ਹੈ। ਪਿਛਲੇ ਸਮੇਂ ਦੇ ਵਿੱਚ ਜੋ ਕੁਝ ਜਿਹੜੀਆਂ ਲੜਕੀਆਂ ਨੇ, ਔਰਤਾਂ ਨੇ, ਪੰਜਾਬ ਦੇ ਵਿੱਚੋਂ ਨਿਕਲ ਕੇ ਤੇ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠੀਆਂ ਨੇ ਤੇ ਉਹਨਾਂ ਨੇ ਆਪਣੀ ਪੂਰੀ ਧਾਕੜ ਸੋਚ ਦੇ ਨਾਲ ਇਹ ਦਿਖਾ ਦਿੱਤਾ ਕਿ ਇਹ ਲੜਕੀਆਂ ਜਿਹੜੀਆਂ ਨੇ ਉਹ ਕਿਸੇ ਵੀ ਤਰ੍ਹਾਂ ਮਰਦਾਂ ਨਾਲੋਂ ਜਾਂ ਨੌਜਵਾਨ ਮੁੰਡਿਆਂ ਨਾਲੋਂ ਘੱਟ ਨਹੀਂ ਜੀ। ਬਿਨਾਂ ਸ਼ੱਕ ਉਹਨਾਂ ਨੂੰ ਬਹੁਤ ਸਾਰੀਆਂ ਹੋਰ ਔਖਿਆਈਆਂ ਦਾ ਵੀ ਸਾਹਮਣਾ ਕਰਨਾ ਪੈਂਦਾ। ਘਰਾਂ ਵਿੱਚੋਂ ਬਾਹਰ ਨਿਕਲਣ ਲੱਗਿਆ ਮਾਪਿਆਂ ਦਾ ਬਹੁਤ ਵੱਡਾ ਡਰ ਉਹਨਾਂ ਨੂੰ ਹੁੰਦਾ, ਸਮਾਜ ਦਾ ਬੜਾ ਵੱਡਾ ਡਰ ਉਹਨਾਂ ਦੇ ਆਲੇ ਦੁਆਲੇ ਫੈਲਾ ਦਿੱਤਾ ਜਾਂਦਾ ਜੀ। ਪਰ ਜਿਹੜੀਆਂ ਲੜਕੀਆਂ ਚਤੰਨ ਹੋ ਕੇ ਆਪਣੇ ਹੱਕਾਂ ਦੀ ਰਾਖੀ ਲਈ ਮੈਦਾਨ ਦੇ ਵਿੱਚ ਨਿੱਤਰਦੀਆਂ ਨੇ, ਅਸਲ ਵਿੱਚ ਉਹ ਯੋਧਾ ਨੇ ਜੀ। ਤੇ ਨੌਦੀਪ ਕੌਰ ਇੱਕ ਇਹੋ ਜਿਹੀ ਯੋਧਾ ਹੈ ਜਿਸ ਨੇ ਇੱਕ ਵੱਖਰੀ ਕਿਸਮ ਦੀ ਸੋਚ ਦੇ ਨਾਲ ਖੜ ਕੇ ਬਿਲਕੁਲ ਇੱਕ ਅੱਛੇ ਪ੍ਰੌੜ ਟ੍ਰੇਡ ਯੂਨੀਅਨ ਲੀਡਰ ਦੇ ਤੌਰ ਤੇ ਆਪਣੀ ਇੱਕ ਸਾਖ ਜਿਹੜੀ ਹੈ ਆਪਣੇ ਸਾਥੀਆਂ ਦੇ ਨਾਲ ਰਲ ਕੇ ਬਣਾਈ ਹੈ ਜੀ। ਉਹਨਾਂ ਦੇ ਸਾਥੀ ਸ਼ਿਵ ਕੁਮਾਰ ਤੇ ਹੋਰ ਲੋਕ ਜਿਹੜੇ ਉਹਨਾਂ ਦੇ ਨਾਲ, ਜਿਨ੍ਹਾਂ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ, ਉਹਨਾਂ ਤੇ ਕੇਸ ਬੜੇ ਵੱਡੇ 307 ਦੀ ਧਾਰਾ ਲਾ ਕੇ ਪਾ ਦਿੱਤੇ ਗਏ ਸੀ। ਉਹਨਾਂ ਦੇ ਮਾਮਲੇ ਦੇ ਵਿੱਚ ਤਾਂ ਬੜੀਆਂ ਵੱਡੀਆਂ ਗੱਲਾਂ ਹੋਰ ਵੀ ਕੀਤੀਆਂ ਜਾ ਸਕਦੀਆਂ ਨੇ, ਕਿਉਂਕਿ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੇ ਇਸ ਕਿਸਮ ਦਾ ਉਹਨਾਂ ਦੇ ਉੱਤੇ ਦੰਭ, ਇਸ ਕਿਸਮ ਦਾ ਅਤਿਆਚਾਰ ਕੀਤਾ ਕਿ ਇਵੇਂ ਲੱਗਣ ਲੱਗ ਪਿਆ ਕਿ ਉੱਤਰੀ ਭਾਰਤ ਦੇ ਵਿੱਚ ਸਰਕਾਰਾਂ ਨਾਂ ਦੀ ਚੀਜ਼ ਕੋਈ ਨਹੀਂ, ਸਿਰਫ ਤੇ ਸਿਰਫ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਰਾਜ ਕਰ ਰਿਹਾ ਤੇ ਨੇਤਾ ਲੋਕ ਜਿਹੜੇ ਨੇ ਉਹ ਬਹੁਤ ਪਿੱਛੇ ਧੱਕ ਦਿੱਤੇ ਗਏ ਨੇ। ਇੱਕ ਪਾਸੇ ਤੋਂ ਕਿਸਾਨਾਂ ਦਾ ਪ੍ਰਭਾਵ ਇੰਨਾ ਜ਼ਿਆਦਾ ਬਣਿਆ ਕਿ ਉਹਨਾਂ ਨੇ ਸਿਆਸਤਦਾਨਾਂ ਨੂੰ ਪਿੱਛੇ ਧੱਕ ਦਿੱਤਾ। ਦੂਜੇ ਪਾਸੇ ਇਹ ਹੋ ਗਿਆ ਕਿ ਉਹਨਾਂ ਦੀ ਰਾਖੀ ਲਈ ਪੁਲਿਸ ਪ੍ਰਸ਼ਾਸਨ ਜਿਹੜਾ ਅੱਗੇ ਆ ਕੇ ਕਿਸਾਨਾਂ ਦੇ ਨਾਲ ਜਾਂ ਹੋਰ ਲੋਕਾਂ ਦੇ ਨਾਲ ਟੱਕਰ ਲੈਂਦਾ ਦਿਖਾਈ ਦੇ ਰਿਹਾ ਸਾਨੂੰ। ਤੇ ਇਸ ਕਿਸਮ ਦੀਆਂ ਗੱਲਾਂ ਬਾਤਾਂ ਵਾਪਰ ਰਹੀਆਂ ਨੇ ਇਸ ਸਮੇਂ ਦੇ ਦੌਰਾਨ, ਜਿਹੜੀਆਂ ਕਿ ਸੱਚੀ ਮੁੱਚੀ ਸਾਡੇ ਲਈ ਕਿਤੇ ਕਿਤੇ ਤਾਂ ਚਿੰਤਾ ਦੀ ਵਿਸ਼ਾ ਵੀ ਬਣ ਰਹੀਆਂ ਨੇ। ਪਰ ਦੂਜੇ ਪਾਸੇ ਇਸ ਅੰਦੋਲਨ ਦੇ ਵਾਪਰਨ ਦੇ ਨਾਲ ਇੱਕ ਦਸ਼ਾ ਜਿਹੜੀ ਹੈ, ਇੱਕ ਨਵਾਂ ਸੋਚ ਜਿਹੜੀ ਹੈ ਪੈਦਾ ਹੋਈ ਹੈ। ਉਹ ਸੋਚ ਨੌਜਵਾਨ ਲੜਕੀਆਂ ਦੇ ਵਿੱਚ ਪੈਦਾ ਹੋਣਾ ਇੱਕ ਬਹੁਤ ਹੀ ਅਗਾਂਹ ਵਧੂ ਕਦਮ ਗਿਣਿਆ ਜਾ ਸਕਦਾ। ਔਰ ਦੇਖਿਆ ਗਿਆ ਕਿ ਨੌਦੀਪ ਕੌਰ ਦੇ ਮਾਮਲੇ ਦੇ ਉੱਤੇ ਹਾਈ ਕੋਰਟ ਨੇ ਹੁਣ ਬਕਾਇਦਾ ਤੌਰ ਤੇ ਪੂਰੀ ਰਿਪੋਰਟ ਲੈਣ ਉਪਰੰਤ ਇਹ ਕਹਿ ਦਿੱਤਾ ਵੀ ਇਸ ਦੀ ਜ਼ਮਾਨਤ ਜਿਹੜੀ ਹੈ ਕਰ ਦਿੱਤੀ ਜਾਏ ਔਰ ਰਾਤ ਉਹ ਕਰਨਾਲ ਦੀ ਜੇਲ੍ਹ ਦੇ ਵਿੱਚੋਂ ਸਾਰੇ ਜੋ ਉਹਨਾਂ ਨੂੰ ਕਾਰਵਾਈਆਂ ਕਰਨੀਆਂ ਹੁੰਦੀਆਂ ਨੇ ਉਸ ਸੰਬੰਧ ਵਿੱਚ ਕਰਨ ਉਪਰੰਤ ਉਸ ਨੂੰ ਰਿਹਾ ਕਰ ਦਿੱਤਾ ਗਿਆ। ਅਸਲ ਵਿੱਚ ਨੌਦੀਪ ਕੌਰ ਅੱਜ ਨੌਜਵਾਨਾਂ ਦੀ ਇੱਕ ਵੱਖਰੀ ਕਿਸਮ ਦੀ ਸੋਚ ਦੇ ਨਾਲ ਖੜੀ ਹੋਈ ਹੈ। ਕਦੇ ਕਦੇ ਇਹੋ ਜਿਹੀਆਂ ਘਟਨਾਵਾਂ ਜਦੋਂ ਪੰਜਾਬ ਦੇ ਵਿੱਚ ਵਾਪਰਦੀਆਂ ਰਹੀਆਂ ਨੇ ਜਾਂ ਦੇਸ਼ ਦੇ ਵੱਖੋ ਵੱਖਰੇ ਭਾਗਾਂ ਦੇ ਵਿੱਚ ਵਾਪਰਦੀਆਂ ਨੇ, ਜਿਹੜੀਆਂ ਆਮ ਤੌਰ ਤੇ ਸਟੂਡੈਂਟ ਲੀਡਰ ਲੜਕੀਆਂ ਨੇ ਉਹਨਾਂ ਦੇ ਨਾਲ ਵਾਪਰੀਆਂ ਨੇ, ਪਰ ਨੌਦੀਪ ਨੇ ਇੱਕ ਵੱਖਰਾ ਯੂਨੀਅਨਿਸਟ ਦੇ ਤੌਰ ਤੇ ਇੱਕ ਜਿਹੜੀ ਵੱਖਰੀ ਪਿਰਤ ਪਾਈ ਹੈ, ਮਜ਼ਦੂਰਾਂ ਦੇ ਹੱਕ ਲਈ ਲੜਨਾ ਆਪਣੇ ਸਾਥੀਆਂ ਦੇ ਨਾਲ ਰਲ ਕੇ, ਔਰ ਬਿਲਕੁਲ ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਇਸ ਗੱਲ ਤੋਂ ਕਿ ਮੇਰਾ ਆਉਣ ਵਾਲਾ ਸਮਾਂ ਜਿਹੜਾ ਹੈ, ਫਿਊਚਰ ਜਿਹੜਾ ਹੈ ਤਬਾਹ ਹੋ ਜਾਏਗਾ, ਉਹਦਾ ਕਰੀਅਰ ਤਬਾਹ ਹੋ ਜਾਏਗਾ, ਇਸ ਗੱਲ ਤੋਂ ਪਰੇ ਹੋ ਕੇ ਉਸਨੇ ਇਸ ਕਿਸਮ ਦੀ ਜਿਹੜੀ ਸਟੈਪ ਚੱਕਿਆ ਔਰ ਇਸ ਗੱਲ ਦੇ ਵਿੱਚ ਉਹਨੂੰ ਕਾਮਯਾਬੀ ਮੈਂ ਸਮਝਦਾ ਇਸ ਕਰਕੇ ਹਾਸਲ ਹੋਈ ਹੈ। ਉਸਨੂੰ ਇਨਸਾਫ ਮਿਲਣ ਦੀਆਂ ਗੱਲਾਂ ਤਾਂ ਹਾਲੇ ਅਗਾਂਹ ਦੇਖਾਂਗੇ, ਪਰ ਮੁੱਢਲੇ ਤੌਰ ਤੇ
ਉਹ ਇਸ ਗੱਲ ਲਈ ਆਪਣੀ ਪਰਪੱਕ ਸੋਚ ਦੇ ਨਾਲ ਨੌਜਵਾਨਾਂ ਲਈ ਇੱਕ ਰਾਹ ਦਸੇਰੇ ਦੇ ਤੌਰ ਤੇ ਖੜੀ ਦਿਖਾਈ ਦੇ ਰਹੀ ਹੈ। ਅੱਛਾ ਪਲਾਹੀ ਜੀ, ਤੁਹਾਨੂੰ ਲੱਗਦਾ ਹੈ ਕਿ ਜਿਹੜਾ ਸਰਕਾਰ ਦੇ ਖਿਲਾਫ ਬੋਲ ਰਿਹਾ, ਚਾਹੇ ਉਹ ਦਿਸ਼ਾ ਰਵੀ ਹੋਵੇ, ਵਰਵਰਾ ਰਾਓ ਹੋਵੇ, ਚਾਹੇ ਉਹ ਨੌਦੀਪ ਕੌਰ ਹੋਵੇ ਜਾਂ ਜਗਸੀਰ ਸਿੰਘ ਹੋਣੀ ਹੋਵੇ, ਜਾਂ ਫਿਰ ਕਿਸਾਨੀ ਸੰਘਰਸ਼ ਦੀ ਓਵਰਆਲ ਗੱਲ ਕਰ ਲਵੇ, ਇੱਕ ਇਦਾਂ ਦਾ ਖਿਲਾਫ ਪੈਦਾ ਕੀਤਾ ਜਾਂਦਾ ਹੈ ਕਿ ਉਹਨਾਂ ਨੂੰ ਜਾਂ ਤਾਂ ਦੇਸ਼ ਦਰੋਹੀ ਕਰਾਰ ਦੇ ਦੇਈਏ ਜਾਂ ਫਿਰ ਉਹਨਾਂ ਦੇ ਉੱਤੇ ਕੋਈ ਇਦਾਂ ਦਾ ਸੰਗੀਨ ਅਪਰਾਧ ਲਾ ਦਈਏ, ਜਿਵੇਂ 307 ਦੀ ਗੱਲ ਤੁਸੀਂ ਕੀਤੀ ਹੈ ਕਿ ਅਪਰਾਧਨ ਜਿਹੜਾ ਇਹ ਕਿਹਾ ਕਿ ਕਤਲ ਕਰਨ ਦਾ ਇਰਾਦਨ ਕਤਲ, ਹੈ ਨਾ, ਇਦਾਂ ਦੇ ਜਿਹੜੇ ਉਹ ਆਰਟੀਕਲਸ ਲਾ ਦਿੱਤੇ ਜਾਂਦੇ ਨੇ। ਤੁਹਾਨੂੰ ਲੱਗਦਾ ਹੈ ਕਿ ਇਹ ਸਰਕਾਰ ਜਿਹੜੀ ਹੈ ਜ਼ੁਬਾਨ ਬੰਦ ਕਰਾਉਣ ਦੀ ਗੱਲਾਂ ਕਰ ਰਹੀ ਹੈ ਜਾਂ ਕੁਝ ਕਰਨ ਦੀ ਕੋਸ਼ਿਸ਼ ਕਰ ਰਹੀ ਹੈ? ਦੇਖੋ, ਇਹ ਗੱਲਾਂ ਇਹਨਾਂ ਮਾਮਲਿਆਂ ਤੇ ਤਾਂ ਆਪਾਂ ਬਹੁਤ ਪਹਿਲਾਂ ਤੋਂ ਹੀ ਗੱਲ ਕਰਦੇ ਆ ਰਹੇ ਹਾਂ ਕਿ ਹੋਣ ਵਾਲੀ ਸਰਕਾਰ ਜਿਹੜੀ ਹੈ ਉਹ ਇੱਕ ਇਹੋ ਜਿਹੀ ਸਰਕਾਰ ਵਜੋਂ ਸਾਹਮਣੇ ਆ ਰਹੀ ਹੈ ਜਿਹੜਾ ਰੌਲਾ ਵੱਧ ਪਾ ਰਹੀ ਹੈ, ਆਪਣੀ ਗੱਲ ਮਨਾਉਣ ਦਾ ਯਤਨ ਕਰਦੀ ਹੈ, ਲੋਕਾਂ ਨੂੰ ਅਚੰਭਤ ਕਰਕੇ ਉਹਨਾਂ ਦੀਆਂ ਅਸਲ ਸਮੱਸਿਆਵਾਂ ਨੂੰ ਉਹਨਾਂ ਤੋਂ ਪਾਸੇ ਕਰ ਰਹੀ ਹੈ। ਦੇਖੋ, ਬੜੀ ਵੱਡੀ ਗੱਲ ਇਸ ਵੇਲੇ ਵਾਪਰ ਰਹੀ ਹੈ ਵੀ ਪੈਟਰੋਲ ਡੀਜ਼ਲ ਦੀ ਕੀਮਤ 100 ਰੁਪਏ ਤੋਂ ਉੱਪਰ ਹੋਈ ਆ, ਰਸੋਈ ਦੀ ਗੈਸ ਜਿਹੜੀ ਹੈ 100 ਰੁਪਏ ਤੋਂ 100 ਰੁਪਏ ਦਾ ਵਾਧਾ ਉਹਦੇ ਉੱਤੇ ਹੋ ਗਿਆ, ਔਰ ਮਹਿੰਗਾਈ ਦੀ ਦਰ ਇੰਨੀ ਵੱਡੀ ਬਣ ਗਈ। ਪਰ ਇਸ ਮਾਮਲੇ ਦੇ ਉੱਤੇ ਸਰਕਾਰ ਜਿਹੜੀ ਆ ਚਿੰਤਤ ਦਿਖਾਈ ਨਹੀਂ ਦਿੰਦੀ। ਸਰਕਾਰ ਦੀ ਚਿੰਤਾ ਹੀ ਕੁਝ ਹੋਰ ਹੈ। ਉਹ ਚਿੰਤਾ ਕੀ ਆ? ਆਪਣੀ ਕੁਰਸੀ ਨੂੰ ਪਕੇਰਿਆਂ ਕਰਨ ਦੀ ਚਿੰਤਾ, ਔਰ ਇਸ ਕੁਰਸੀ ਨੂੰ ਪਕੇਰਾ ਕਰਨ ਦੀ ਚਿੰਤਾ ਦੇ ਵਿੱਚ ਉਹ ਬੇਹਿਆ ਗੱਲਾਂ ਕਰ ਰਹੀ ਆ ਜਿਹੜੀਆਂ ਲੋਕਤੰਤਰ ਦੇ ਵਿੱਚ ਕਿਸੇ ਵੀ ਸਰਕਾਰ ਨੂੰ ਕਰਨੀਆਂ ਨਹੀਂ ਚਾਹੀਦੀਆਂ। ਉਹ ਤੇ ਇਸ ਕਿਸਮ ਦੀਆਂ ਗੱਲਾਂ ਕਰਨ ਵੱਲ ਤੁਰੀ ਹੋਈ ਆ ਵੀ ਕਿਸੇ ਵੀ ਢੰਗ ਤਰੀਕੇ ਨਾਲ ਸਾਮ ਦਾਮ ਦੰਡ ਵਰਤ ਕੇ ਆਪਣੀ ਰਾਜਗੱਦੀ ਜਿਹੜੀ ਹੈ ਉਸ ਨੂੰ ਕਾਬੂ ਰੱਖਣਾ ਹੈ, ਔਰ ਆਪਣਾ ਜਿਹੜਾ ਅਮਲ ਉਹਨਾਂ ਨੇ ਸੋਚਿਆ ਹੋਇਆ, ਆਪਣੀਆਂ ਆਸ਼ਾਵਾਂ ਜਿਹੜੀਆਂ ਉਹਨਾਂ ਨੇ ਆਪਣੇ ਪੱਲੇ ਬੰਨੀਆਂ ਹੋਈਆਂ ਨੇ ਜੀ, ਔਰ ਇੱਕ ਜਿਹੜੀ ਸ਼ਖਸੀਅਤ ਨੂੰ ਅੱਗੋਂ ਵਾਰ ਕੇ ਉਸ ਨੂੰ ਹੀ ਪ੍ਰੋਜੈਕਟ ਕੀਤਾ ਜਾ ਰਿਹਾ ਵੀ ਇਸ ਤੋਂ ਵੱਡਾ ਜਿਹੜਾ ਵਿਅਕਤੀ ਇਸ ਦੁਨੀਆ ਦੇ ਵਿੱਚ, ਹੁਣ ਤੇ ਦੁਨੀਆ ਵਾਲੀ ਗੱਲ ਹੀ ਕਰਨ ਲੱਗ ਪਏ ਨੇ ਕਿ ਇਸ ਦੇਸ਼ ਦੇ ਵਿੱਚ ਪਹਿਲਾਂ ਕੋਈ ਪੈਦਾ ਹੀ ਨਹੀਂ ਹੋਇਆ। ਇਹ ਅਸਲ ਵਿੱਚ ਜਤਿੰਦਰ ਜੀ ਇੱਕ ਬੜੀ ਵੱਡੀ ਗੱਲ ਤੁਸੀਂ ਦੇਖੋਗੇ ਪਿਛਲੇ ਸਮਿਆਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਪਈ, ਇੱਕ ਸ਼ਖਸ ਨੂੰ ਉਭਾਰਿਆ ਜਾਂਦਾ, ਉਹਦੇ ਪਿੱਛੇ ਸਿਆਸੀ ਜਿਹੜੀ ਸੋਚ ਆ ਉਸ ਨੂੰ ਖੜੇ ਕਰਕੇ ਸਿਆਸੀ ਤਾਕਤ ਉਸ ਨੂੰ ਹੀ ਸਾਰੀ ਦਿੱਤੀ ਜਾਂਦੀ ਹੈ। ਦੇਖੋ, ਆਪਾਂ ਲੋਕਤੰਤਰ ਦੇ ਵਿੱਚ ਕਿਸੇ ਸ਼ਖਸ ਨੂੰ ਵਾਰਨਾ ਨਹੀਂ ਹੁੰਦਾ, ਕਿਸੇ ਸੋਚ ਨੂੰ, ਕਿਸੇ ਗੱਲ ਨੂੰ ਵਾਰਨਾ ਹੁੰਦਾ। ਉਸ ਗੱਲ ਦੀ ਕਮੀ ਜਿਹੜੀ ਹੈ ਅਸੀਂ ਨਹਿਰੂ ਦੇ ਸਮਿਆਂ ਦੇ ਵਿੱਚ ਵੀ ਦੇਖ ਰਹੇ ਹਾਂ, ਉਸ ਤੋਂ ਬਾਅਦ ਅਸੀਂ ਇੰਦਰਾ ਗਾਂਧੀ ਦੇ ਵੇਲੇ ਵੀ ਦੇਖੀ ਹੈ, ਤੇ ਉਸ ਤੋਂ ਬਾਅਦ ਹੁਣ ਤਾਂ ਬਹੁਤ ਜ਼ਿਆਦਾ ਦੇਖ ਰਹੇ ਹਾਂ ਕਿ ਇੱਕ ਸ਼ਖਸ ਨੂੰ ਅੱਗੇ ਲਾ ਲਓ ਔਰ ਉਹਨੂੰ ਸਾਰੀਆਂ ਪਾਵਰਾਂ ਦੇ ਦਿਓ, ਔਰ ਉਹ ਐਡਾ ਪਾਵਰਫੁਲ ਹੋ ਜਾ ਕਿ ਉਹਨਾਂ ਨੂੰ ਦੂਜੇ ਬੰਦੇ ਕੋਈ ਹੋਰ ਦਿਖਾਈ ਨਾ ਦਿੰਦੇ ਹੋਣ। ਜੀ ਪਲਾਹੀ ਜੀ, ਤੁਹਾਨੂੰ ਲੱਗਦਾ ਹੈ ਕਿ ਇਹ ਪਾਵਰ ਦਾ ਨਸ਼ਾ ਹੀ ਹੈ ਕਿ ਦੋ ਡਿਸੀਜਨ ਮੇਕਰ ਨੇ? ਜਦੋਂ ਅਸੀਂ ਲੋਕਤੰਤਰ ਦੀ ਗੱਲ ਕਰਦੇ ਹਾਂ ਤੇ ਸਾਡੇ ਇੱਥੇ ਕੁਆਸੀ ਜਿਹੜਾ ਚੱਲਦਾ ਹੈ ਕਿ ਸੰਘੀ ਢਾਂਚਾ ਵੀ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਅਸੀਂ ਲੋਕਤੰਤਰ ਜਿਹੜਾ ਉਹ ਥੱਲੇਲੀ ਲੋ ਤੋਂ ਸ਼ੁਰੂ ਹੁੰਦਾ ਹੈ, ਪਰ ਥੱਲੜੇ ਲੋਕਾਂ ਦਾ ਸ਼ਾਇਦ ਕੋਈ ਅਕਸ ਹੀ ਨਹੀਂ ਰਹਿੰਦਾ। ਇਹ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ? ਬਿਲਕੁਲ ਇਸੇ ਕਿਸਮ ਦੀ ਗੱਲ ਲੱਗਦੀ ਹੈ। ਅਸਲ ਵਿੱਚ ਲੋਕਾਂ ਦੀ ਪੁੱਛ ਪ੍ਰਤੀਤ ਤਾਂ ਹੁਣ ਹੈ ਹੀ ਨਹੀਂ ਜੀ। ਉਹ ਤਾਂ ਇੱਕ ਵੋਟ ਬੈਂਕ ਜਾਂ ਇੱਕ ਵੋਟ ਬਣ ਕੇ ਰਹਿ ਗਿਆ, ਇੱਕ ਸਧਾਰਨ ਸਿਟੀਜ਼ਨ। ਉਹਦੇ ਵਿੱਚੋਂ ਵੀ ਵੱਡੀ ਗਿਣਤੀ ਲੋਕ ਜਿਹੜੇ ਨੇ ਆਪਣੀ ਵੋਟਾਂ ਦੀ ਵਰਤੋਂ ਨਹੀਂ ਕਰਦੇ, ਤੇ ਅਖੀਰ ਦੇ ਵਿੱਚ ਜਿਹੜੀ ਤਾਕਤ ਕਿਸੇ ਵੀ ਧਿਰ ਦੇ ਕੋਲ ਸਾਹਮਣੇ ਆਉਂਦੀ ਆ, ਉਹ ਵੀ 1/3 ਤੋਂ ਘੱਟ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਬੰਦੇ ਜਿਹੜੇ ਨੇ ਉਹ ਸਾਹਮਣੇ ਆ ਜਾਂਦੇ ਨੇ, ਭਾਵੇਂ ਬਹੁਤ ਸੰਮਤੀ ਉਹਨਾਂ ਦੀ ਜ਼ਿਆਦਾ ਹੋ ਰਹੀ ਹੋਵੇ। ਤੋ ਇਸ ਕਿਸਮ ਦੀਆਂ ਤਾਕਤਾਂ ਹੱਥ ਵਿੱਚ ਲੈ ਕੇ ਸੰਘੀ ਢਾਂਚੇ ਨੂੰ ਖੇਰੂ ਕਰਕੇ ਜੋ ਕੁਝ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ, ਪੰਜਾਬ ਵਿੱਚ ਤਾਂ ਹੋਇਆ ਹੀ ਹੋਇਆ, ਹਰਿਆਣੇ ਵਿੱਚ ਵੀ, ਸਾਰਿਆਂ ਸੂਬਿਆਂ ਦੇ ਵਿੱਚ, ਭਾਵੇਂ ਉਹਨਾਂ ਦੀਆਂ ਆਪਣੀਆਂ ਸਰਕਾਰਾਂ ਨੇ ਚਾਹੇ ਵਿਰੋਧੀ ਧਿਰ ਦੀਆਂ ਸਰਕਾਰਾਂ ਨੇ, ਉਹਨਾਂ ਸਾਰੀਆਂ ਨੂੰ ਛਾਂਗ ਦਿੱਤਾ ਗਿਆ, ਔਰ ਜਿਹੜੀਆਂ ਪਾਵਰਾਂ ਨੇ ਮੁੱਖ ਤੌਰ ਤੇ ਜਿਹੜਾ ਮੁੱਖ ਰਾਜ ਕਰਨ ਵਾਲਾ ਕਰਿੰਦਾ ਹੈ ਉਸ ਦੇ ਹੱਥ ਦੇ ਦਿੱਤੀਆਂ ਗਈਆਂ ਨੇ। ਹੁਣ ਦੇਖੋ ਨਾ, ਸਾਨੂੰ ਦੋ ਗੱਲਾਂ ਇਸ ਵੇਲੇ ਤਾਂ ਦੋ ਹੀ ਬੰਦੇ ਦਿਖਾਈ ਦਿੰਦੇ ਨੇ, ਇੱਕ ਅਮਿਤ ਸ਼ਾਹ ਰਿਹਾ ਤੇ ਇੱਕ ਮੋਦੀ ਜੀ ਨੇ, ਪਰ ਵਿੱਚ ਵਿਚਾਲੇ ਇੱਕ ਹੋਰ ਬੰਦਾ ਦਿਖਾਈ ਦੇਣ ਲੱਗ ਪਿਆ ਜਿਹੜਾ ਹੁਣ ਯੋਗੀ ਹੈ, ਆਦਿੱਤਿਆਨਾਥ, ਜਿਹਦੇ ਬਾਰੇ ਗੱਲ ਕੀਤੀ ਜਾਂਦੀ ਹੈ ਕਿ ਉਸ ਨੂੰ ਇਹ ਦੂਸਰਾ ਸ਼ਾਹ ਜਿਹੜਾ ਹੈ ਉਸ ਦੀ ਥਾਂ ਤੇ ਅੱਗੋਂ ਪ੍ਰਧਾਨ ਮੰਤਰੀ ਬਣਾਉਣ ਦੀਆਂ ਸੋਚਾਂ ਜਿਹੜੀਆਂ ਨੇ RSS ਕਾਡਰ ਦੇ ਵਿੱਚ ਜਾਂ RSS ਵਾਲੇ ਉੱਪਰਲੀ ਜਿਹੜੀ ਇਹਨਾਂ ਦੀ ਹਾਈ ਕਮਾਂਡ ਹੈ ਉਸ ਵਿੱਚ ਆ ਰਹੀਆਂ, ਕਿਉਂਕਿ
ਉਹਨਾਂ ਨੂੰ ਇਹ ਲੱਗਣ ਲੱਗ ਪਿਆ ਵੀ ਜੋਗੀ ਜਿਹੜਾ ਹੈ ਵੱਧ ਫਿਰਕਾ ਪ੍ਰਸਤੀ ਦੇ ਨਾਲ ਹਿੰਦੂਇਜ਼ਮ ਨੂੰ ਅੱਛੀ ਤਰ੍ਹਾਂ ਟੋ ਕਰ ਸਕਦਾ, ਔਰ ਇਸੇ ਕਰਕੇ ਉਸ ਨੂੰ ਮੋਦੀ ਤੋਂ ਬਾਅਦ ਦੇਖਣ ਦੀ ਗੱਲ ਜਿਹੜੀ ਹੈ ਕੀਤੀ ਜਾ ਰਹੀ ਜੀ। ਸੋ ਸਾਡੇ ਸਾਹਮਣੇ ਜਿਹੜੀ ਗੱਲ ਇਹ ਆਉਂਦੀ ਹੈ ਨਾ ਜੀ, ਵੀ ਇੱਕ ਸੰਘੀ ਢਾਂਚੇ ਦੀ ਸੰਘੀ ਘੁੱਟ ਦਿਓ, ਰਾਜਾਂ ਦੇ ਅਧਿਕਾਰ ਖੋਲੋ, ਔਰ ਰਾਜ ਅੱਗੋਂ ਜਿਹੜੇ ਨੇ ਉਹ ਮਿਊਨਿਸਪੈਲਿਟੀਆਂ ਔਰ ਦੂਸਰੀਆਂ ਜਿਹੜੀਆਂ ਸਥਾਨਕ ਸਰਕਾਰਾਂ ਉਹਨਾਂ ਦੇ ਹੱਕ ਖੋਹ ਲੈਂਦਾ, ਔਰ ਸਿਰਫ ਤੇ ਸਿਰਫ ਇੱਕੋ ਵਿਅਕਤੀ ਹੈ ਜਿਹੜਾ ਰਾਜ ਕਰਨ ਵੱਲ ਨੂੰ ਤੁਰਦਾ। ਮੈਂ ਇਸ ਗੱਲ ਦੇ ਵਿੱਚ ਵੀ ਬੜਾ ਸਪਸ਼ਟ ਹਾਂ ਕਿ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਵੀ ਅਮਰਿੰਦਰ ਸਿੰਘ ਹੁਣੀ ਕਿਸੇ ਹੋਰ ਦੀ ਬਾਤ ਨਹੀਂ ਪੁੱਛ ਰਹੇ, ਆਪਣੀ ਗੱਲ ਆਪਣੇ ਢੰਗ ਦੇ ਨਾਲ ਟੋ ਕਰੀ ਜਾ ਰਹੇ, ਬਿਨਾਂ ਸ਼ੱਕ ਉਹ ਕੋਈ ਫਿਰਕੂ ਏਜੰਡਾ ਲਾਗੂ ਨਹੀਂ ਕਰ ਰਹੇ। ਪਰ ਇੱਥੇ ਵੀ ਜਿਹੜੀ ਮੌਕੇ ਦੀ ਕਾਂਗਰਸ ਸਰਕਾਰ ਹੈ ਉਸ ਦੇ ਵਿੱਚ ਕਾਂਗਰਸ ਦੇ ਜਿਹੜੇ ਮੰਤਰੀ ਨੇ ਜਾਂ ਕਾਂਗਰਸ ਵਰਕਰ ਨੇ ਉਹ ਵੀ ਆਪਣੇ ਆਪ ਨੂੰ ਠੱਗਿਆ ਜਿਹਾ ਮਹਿਸੂਸ ਕਰਦੇ ਨੇ ਕਿ ਇੱਥੇ ਰਾਜ ਕਰਨ ਵਾਲਾ ਤਾਂ ਇੱਕੋ ਵਿਅਕਤੀ ਹੈ, ਜਾਂ ਉਸ ਦੇ ਨਾਲ ਜੁੜੇ ਹੋਏ ਉਹ ਬਾਬੂਸ਼ਾਹੀ ਤੇ ਅਫਸਰਸ਼ਾਹੀ ਹੈ ਜਿਸ ਦਾ ਰਾਜ ਇੱਥੇ ਪੰਜਾਬ ਦੇ ਵਿੱਚ ਚੱਲ ਰਿਹਾ। ਇਸ ਗੱਲ ਬਾਰੇ ਕਦੇ ਕਦਾਈ ਕਾਂਗਰਸ ਦੇ ਜਿਹੜੇ ਵਿਅਕਤੀ ਨੇ ਉਹਨਾਂ ਦੇ ਮਨ ਦੇ ਵਿੱਚ ਰੋਸ ਵੀ ਆਉਂਦਾ, ਕਿਤੇ ਕਿਤੇ ਉਹ ਆਪਣੀ ਭੜਾਸ ਵੀ ਬਾਹਰ ਕੱਢਦੇ ਨੇ। ਪ੍ਰਗਟ ਸਿੰਘ ਨੇ 5-4 ਦਿਨ ਪਹਿਲਾਂ ਹੀ ਬਹੁਤ ਸਾਰੀਆਂ ਗੱਲਾਂ ਕੀਤੀਆਂ, ਸਿੱਧੂ ਤਾਂ ਪਹਿਲਾਂ ਗੱਲਾਂ ਕਰ ਕਰਕੇ ਥੱਕ ਕੇ ਚੁੱਪ ਕਰਕੇ ਵੀ ਹੁਣ ਬੈਠ ਗਿਆ ਵੀ ਜੋ ਹੋਊਗਾ ਦੇਖੀ ਜਾਊਗਾ। ਤੋ ਇਹ ਸਾਰਾ ਕੁਝ ਵੇਖਣ ਵਾਲਾ ਹੈ ਕਿ ਇਸ ਭਾਰਤ ਦੇਸ਼ ਵਿੱਚ ਜਿਹੜਾ ਵੱਡਾ ਲੋਕਤੰਤਰ ਆਪਣੇ ਆਪ ਨੂੰ ਖਵਾਉਂਦਾ, ਇੱਥੇ ਰਾਜ ਕਰਨ ਵਾਲੀਆਂ ਪਾਰਟੀਆਂ ਆਮ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਤਾਂ ਕਰਦੀਆਂ ਨੇ, ਪਰ ਅਸਲ ਮਾਇਨਿਆਂ ਦੇ ਵਿੱਚ ਲੋਕਾਂ ਨੂੰ ਇਹ ਐਕਸਪਲੋਇਟ ਕਰਦੀਆਂ ਨੇ, ਉਹਨਾਂ ਨੂੰ ਸਹੀ ਸੋਚ ਦੇ ਕੇ ਜਾਂ ਉਹਨਾਂ ਦੇ ਹੱਕਾਂ ਦੀ ਰਾਖੀ ਕਰਨ ਦਾ ਯਤਨ ਨਹੀਂ ਕਰਦੀਆਂ, ਸਗੋਂ ਉਹਨਾਂ ਦੇ ਹੱਕ ਖੋ ਕੇ ਆਪਣਾ ਜਿਹੜਾ ਰਾਜ ਕਰਨ ਦਾ ਢੰਗ ਤਰੀਕਾ ਉਹ ਅਪਣਾਉਂਦੀਆਂ ਨੇ। ਅੱਛਾ, ਚਲੋ ਜਦੋਂ ਆਪਾਂ ਹੁਣ ਤੁਸੀਂ ਇਲੈਕਸ਼ਨਸ ਦੀ ਗੱਲ ਹੀ ਕਰ ਰਹੇ ਹਾਂ ਕਿ 5 ਸੂਬਿਆਂ ਦੇ ਵਿੱਚ ਇਲੈਕਸ਼ਨਸ ਵੀ ਨੇ, ਔਰ ਜਦੋਂ ਆਪਾਂ ਪੱਛਮੀ ਬੰਗਾਲ ਦੀ ਗੱਲ ਕਰਦੇ ਹਾਂ ਤੇ ਉਹ ਕਾਫੀ ਖਬਰਾਂ ਦੇ ਵਿੱਚ ਹੈ ਕਿਉਂਕਿ ਉੱਥੇ ਸੀਟਸ ਵੀ ਜ਼ਿਆਦਾ ਨੇ, ਤਕਰੀਬਨ 294 ਸੀਟਸ ਜਿਹੜੀਆਂ ਨੇ ਉੱਥੇ ਹੈ। ਤੇ ਇੱਕ ਗੱਲ ਜਿਹੜੀ ਮਮਤਾ ਬੈਨਰਜੀ ਤੋਂ ਬਾਰ-ਬਾਰ ਕਹੀ ਜਾ ਰਹੀ ਹੈ, ਉਹ ਕਹਿੰਦੀ ਜੀ ਕਿ ਇਹ ਚੁਸਤ ਚਲਾਕੀਆਂ ਵਰਤ ਰਹੇ ਨੇ। ਤੁਹਾਨੂੰ ਲੱਗਦਾ ਹੈ ਕਿ ਜਿਹੜਾ ਇਲੈਕਸ਼ਨਸ ਡੇਟ ਜਿਹੜੀ ਡਿਸਾਈਡ ਕਰਨੀ ਹੈ ਇਹ ਵੀ ਚੁਸਤ ਚਲਾਕੀ ਦੇ ਅੰਡਰ ਆਉਂਦਾ ਹੈ? ਔਰ ਬਿਲਕੁਲ ਬੜੀ ਵੱਡੀ ਗੱਲ ਹੈ ਜੀ ਤੇ ਆ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਚੀਫ ਇਲੈਕਸ਼ਨ ਕਮਿਸ਼ਨਰ ਆ, ਉਹਨੇ 30 ਅਪ੍ਰੈਲ ਨੂੰ ਰਿਟਾਇਰ ਹੋ ਜਾਣਾ, ਉਸ ਨੂੰ ਅਰੋੜਾ ਨੇ, ਔਰ ਉਸ ਦੇ ਸਾਹਮਣੇ ਸੁਣਨ ਵਿੱਚ ਆਉਂਦਾ, ਔਰ ਹੁਣ ਤਾਂ ਗੱਲ ਪ੍ਰਤੱਖ ਹੀ ਹੋਣ ਲੱਗ ਪਈ ਵੀ ਭਾਜਪਾ ਨੇ ਆਪਣਾ ਚੋਣ ਦੀਆਂ ਤਰੀਕਾਂ ਉਹਨੂੰ ਦੇਤੀਆਂ। ਤੇ ਐਡਾ ਵੱਡਾ ਤਾਂ ਉਹ ਸੂਬਾ ਨਹੀਂ ਸੀ, ਨਾ ਉਹ ਐਡਾ ਵੱਡਾ ਕੋਈ ਪਹਾੜੀ ਇਲਾਕਾ ਸੀ ਜਿੱਥੇ ਪ੍ਰਬੰਧ ਨਹੀਂ ਸੀ ਹੋ ਸਕਦਾ, ਪਰ 8 ਪੜਾਵਾਂ ਦੇ ਵਿੱਚ ਉੱਥੇ ਚੋਣਾਂ ਕਰਾਉਣ ਦਾ ਜਿਹੜੀ ਇਹ ਗੱਲ ਕਰ ਦਿੱਤੀ ਹੈ। ਉਹਦਾ ਮਤਲਬ ਕੀ ਆ? ਉਹਦਾ ਮਤਲਬ ਇਹ ਆ ਵੀ ਇੱਕ ਪਾਸੇ ਚੋਣ ਲੜ ਲਓ, ਬਹੁਤ ਵੱਡੀ ਗਿਣਤੀ ਵਿੱਚ ਆਪਣੇ ਵਰਕਰ ਉੱਥੇ ਭੇਜ ਲਓ, ਉੱਥੇ ਜੇ ਜਿੱਤ ਵਾਲੀ ਗੱਲ ਹੀਰਾਫੇਰੀ ਵਾਲੀ ਕਰ ਲਓ ਤੇ ਦੂਜੇ ਪਾਸੇ ਨੂੰ ਤੁਰ ਪਓ, ਫਿਰ ਤੀਜੇ ਪਾਸੇ ਨੂੰ ਤੁਰ ਪਓ। ਮਤਲਬ ਕੀ ਆ ਵੀ ਆਪਣੀ ਜੰਗੀ ਫੌਜ ਜਿਹੜੀ ਚੋਣ ਜੰਗ ਫੌਜ ਆ ਨਾ, ਉਸ ਨੂੰ ਪੂਰੀ ਤਰ੍ਹਾਂ ਵਰਤ ਕੇ ਭਾਜਪਾ ਕਿਸੇ ਵੀ ਹੀਲੇ ਪੱਛਮੀ ਬੰਗਾਲ ਦੀ ਸਰਕਾਰ ਹਥਿਆਉਣਾ ਚਾਹੁੰਦੀ ਹੈ, ਪਰ ਘੱਟ ਬੀਬੀ ਵੀ ਨਹੀਂ ਹੈ। ਉਸ ਨੇ ਵੀ ਬੜਾ ਵੱਡਾ ਫੈਸਲਾ ਕੀਤਾ ਹੋਇਆ ਵੀ ਬਾਵਜੂਦ ਇਸ ਗੱਲ ਦੇ ਵੀ ਕਾਂਗਰਸ ਮੇਰੇ ਨਾਲ ਨਹੀਂ, ਉੱਥੋਂ ਦਾ ਜਿਹੜਾ ਖੱਬੇ ਧਿਰਾਂ ਜਿਹੜੀਆਂ ਨੇ ਉਹ ਵੀ ਕਾਂਗਰਸ ਤੇ ਉਹ ਦੋਏ ਇਕੱਠੇ ਹੋ ਕੇ ਲੜ ਰਹੀਆਂ ਨੇ, ਔਰ ਉੱਥੇ ਤਕੋਨੇ ਮੁਕਾਬਲੇ ਹੋਣਗੇ। ਇਸ ਗੱਲ ਦੇ ਬਾਵਜੂਦ ਕਿ ਇੱਕ ਬੜੀ ਇਮਾਨਦਾਰੀ ਦੇ ਨਾਲ ਉਹ ਆਪਣਾ ਕੰਮ ਕਰਦੀ ਹੈ। ਤੁਸੀਂ ਦੇਖੋ ਵੀ ਕਿੰਨੀ ਵਾਰੀ ਉਹ ਜਿੱਤ ਚੁੱਕੀ ਆ, ਉਹ ਪਾਰਲੀਮੈਂਟ ਦੇ ਵਿੱਚ ਵੀ ਜਾ ਚੁੱਕੀ ਆ, ਉਹ ਵਿਧਾਨ ਸਭਾਵਾਂ ਦੇ ਵਿੱਚ ਵੀ ਕਈ ਵਾਰੀ ਜਾ ਚੁੱਕੀ ਆ, ਪਰ ਪੈਨਸ਼ਨ ਕੋਈ ਨਹੀਂ ਲੈ ਰਹੀ, ਉਹ ਇੱਕ ਵੀ ਪੈਨਸ਼ਨ ਉਹਨੇ ਪ੍ਰਾਪਤ ਨਹੀਂ ਕੀਤੀ ਹਾਲੇ ਤਾਈਂ, ਔਰ ਆਪਣੀ ਤਨਖਾਹ ਦੇ ਵਿੱਚੋਂ ਵੀ ਵੱਡਾ ਹਿੱਸਾ ਉਹ ਗਰੀਬ ਗੁਰਬਿਆਂ ਲਈ ਵਰਤਦੀ ਆ। ਮਤਲਬ ਮੈਂ ਇਹ ਗੱਲ ਕਹਿਣਾ ਚਾਹੁੰਦਾ ਵੀ ਅਸਲ ਵਿੱਚ ਇੱਕ ਪ੍ਰੋਡ ਪੋਲੀਟੀਸ਼ੀਅਨ ਦੇ ਤੌਰ ਤੇ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਲੋਕਾਂ ਦੀ ਭਾਸ਼ਾ ਦੇ ਵਿੱਚ ਗੱਲ ਕਰਨ ਵਾਲੀ ਜਿਹੜੀ ਇਹ ਲੇਡੀ ਹੈ, ਉਹ ਮੋਦੀ ਵਰਗੇ ਖੁੰਖਾਰ ਵਿਅਕਤੀ ਦੀ ਪੂਰਾ ਮੁਕਾਬਲਾ ਕਰਨ ਲਈ ਇਸ ਵੇਲੇ ਹਿੱਕ ਤਾਣ ਕੇ ਖੜੀ ਹੈ ਜੀ। ਤੇ ਉਹਦੀ ਕੋਸ਼ਿਸ਼ ਹੋਏਗੀ ਕਿ ਜੇ ਵੱਡੀ ਸਰਕਾਰ ਇਹ ਛੋਟੀ ਸਰਕਾਰ ਨੂੰ ਢਾਉਣ ਦੇ ਯਤਨ ਦੇ ਵਿੱਚ ਹੈ ਤੇ ਉਹ ਉਸ ਦਾ ਮੁਕਾਬਲਾ ਬਿਲਕੁਲ ਉਸੇ ਢੰਗ ਦੇ ਨਾਲ ਕਰੇਗੀ ਜਿਵੇਂ ਇੱਕ ਜਰਨੈਲ ਦੂਸਰੇ ਜਰਨੈਲ ਦਾ ਮੁਕਾਬਲਾ ਕਰਦਾ ਜੀ। ਪਲਾਹੀ, ਜਦੋਂ ਆਪਾਂ ਗੱਲ ਕਰਦੇ ਹਾਂ ਪੱਛਮ ਬੰਗਾਲ ਦੇ ਉੱਤੇ ਕਿਉਂ ਇੰਨਾ ਜ਼ੋਰ ਦਿੱਤਾ ਜਾ ਰਿਹਾ, ਜਦ ਕਿ ਅਸਾਮ ਵੀ ਹੈ, ਪੌਂਡੀਚੇਰੀ ਵੀ ਹੈ ਤੇ ਤਾਮਿਲਨਾਡੂ ਵੀ ਹੈ, ਇਹ ਪੱਛਮ ਬੰਗਾਲ ਦੇ ਉੱਤੇ ਕਿਉਂ ਇੰਨਾ ਹਾਈਲਾਈਟ ਦਿੱਤੇ ਜਾ ਰਹੇ ਨੇ, ਕਿਉਂ ਇੰਨਾ ਜ਼ਿਆਦਾ ਜ਼ੋਰ ਹੈ? ਦੇਖੋ ਗੱਲ ਇਹ ਆ ਵੀ ਉਹਨਾਂ ਨੂੰ ਜੇ ਸਭ ਤੋਂ ਵੱਧ ਡਰ ਇਸ ਵੇਲੇ ਕਿਸੇ ਵੀ ਇੱਕ ਇਹੋ ਜਿਹੀ ਸ਼ਖਸੀਅਤ ਦਾ ਲੱਗਦਾ
ਤੇ ਉਹ ਪੱਛਮੀ ਬੰਗਾਲ ਦੀ ਇਹੀ ਲੇਡੀ ਹੈ ਜਿਸ ਤੋਂ ਅਸਲ ਮਾਇਨਿਆਂ ਦੇ ਵਿੱਚ ਉਹਨੂੰ ਡਰ ਲੱਗਦਾ, ਤੇ ਉਹ ਡਰ ਦੇ ਵਿੱਚੋਂ ਹੀ ਇਹ ਗੱਲ ਨਿਕਲ ਰਹੀ ਆ ਵੀ ਇਸ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਖਤਮ ਕਰ ਦਿੱਤਾ ਜਾਏ, ਕਿਉਂਕਿ ਉਹ ਇੱਕ ਇਹੋ ਜਿਹੀ ਨਿਡਰ ਲੇਡੀ ਹੈ ਜਿਹੜੀ ਰਾਹੁਲ ਗਾਂਧੀ ਜਿਹੜਾ ਕਾਂਗਰਸ ਦਾ ਪ੍ਰਧਾਨ ਹੈ ਬਣਿਆ, ਮੁੜ ਕੇ ਲੱਥ ਗਿਆ, ਕਾਰਜਕਾਰੀ ਆ, ਕਈ ਕੁਛ ਕਰੀ ਜਾਂਦੇ ਆ। ਤੇ ਜਿਸ ਕਿਸਮ ਦਾ ਵਿਰੋਧ ਕਾਂਗਰਸ ਨੂੰ ਇੱਕ ਆਪੋਜੀਸ਼ਨ ਦੇ ਵਿੱਚ ਬੈਠ ਕੇ ਵਿਰੋਧੀ ਧਿਰ ਦੇ ਵਿੱਚ ਕਰਨਾ ਚਾਹੀਦਾ ਸੀ, ਉਹ ਕਰ ਨਹੀਂ ਸਕਿਆ। ਪਰ ਇਹ ਬੈਨਰਜੀ ਨੇ ਇੱਕ ਨਿਡਰ ਨੇਤਾ ਦੇ ਤੌਰ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਆਪਣੀ ਇੱਕ ਵੱਖਰੀ ਕਿਸਮ ਦੀ ਸਾਖ ਬਣਾਈ ਆ, ਔਰ ਉਸ ਸਾਖ ਨੂੰ ਉਹ ਢਾਉਣਾ ਚਾਹੁੰਦੇ ਨੇ। ਦੂਜੀ ਗੱਲ ਵੀ ਉਹ ਜਿਹੜਾ ਪੱਛਮੀ ਬੰਗਾਲ ਹੈ, ਕਿਸੇ ਵੇਲੇ ਦੇਖੋ 5, 6, 7 ਵਾਰੀ ਉਸ ਦਾ ਮੁੱਖ ਮੰਤਰੀ ਜੋਤੀ ਬਾਸੂ ਬਣਿਆ, ਔਰ ਜਿਹੜਾ CPM ਦਾ ਬੜਾ ਵੱਡਾ ਲੀਡਰ ਸੀ। ਕੇਰਲਾ ਦੇ ਵਿੱਚ ਵੀ ਖੱਬੇ ਪੱਖ ਦਾ ਸਰਕਾਰ ਹੁੰਦੀ ਸੀ, ਇੱਥੇ ਵੀ ਖੱਬੇ ਪੱਖ ਦੀ ਸਰਕਾਰ ਹੁੰਦੀ ਸੀ। ਔਰ ਜਿੰਨਾ ਚਿਰ ਜੋਤੀ ਬਾਸੂ ਰਿਹਾ, ਉਸ ਤੋਂ ਬਾਅਦ ਅਗਲਾ ਮੁੱਖ ਮੰਤਰੀ ਬਣਿਆ, ਉਹ ਤੋਂ ਗੱਲ ਨਾ ਬਣ ਸਕੀ, ਔਰ ਉੱਥੇ ਜੋ ਕੁਝ ਖਲਾਰਾ ਪਿਆ ਹੋਇਆ ਸੀ ਉਹ ਸਾਹਮਣੇ ਆ ਗਿਆ। ਔਰ ਉਸ ਨੂੰ ਸਾਂਭਣ ਲਈ ਇਸ ਸ਼ੇਰਨੀ ਨੇ ਆਪਣੇ ਵੱਲੋਂ ਪੂਰਾ ਯਤਨ ਕੀਤਾ, ਔਰ ਉਹਨੇ ਖੱਬੀਆਂ ਧਿਰਾਂ ਨੂੰ ਵੀ ਹਰਾਇਆ, ਉਸ ਨੇ ਕਾਂਗਰਸ ਨੂੰ ਵੀ ਹਰਾਇਆ, ਉਸ ਨੇ ਹੁਣ ਭਾਜਪਾ ਨੂੰ ਵੀ ਪਿਛਲੇ ਸਮੇਂ ਦੇ ਵਿੱਚ ਬੜੀ ਵੱਡੀ ਭਾਂਜ ਦਿੱਤੀ। ਬਾਵਜੂਦ ਇਸ ਗੱਲ ਦੇ ਕਿ ਉਸ ਦੇ ਬਹੁਤ ਸਾਰੇ ਮੰਤਰੀ ਜਿਹੜੇ ਨੇ ਉਹ ਭਾਜਪਾ ਨੇ ਕਿਸੇ ਨਾ ਕਿਸੇ CBI ਦੀ, IB ਦੀ ਡਰਾਉਣ ਧਮਕਾਉਣ ਦੀ ਪਾਲਿਸੀ ਦੇ ਨਾਲ ਆਪਣੇ ਨਾਲ ਕਰ ਲਏ ਨੇ, ਪਰ ਫਿਰ ਵੀ ਆਮ ਲੋਕ ਜਿਹੜੇ ਨੇ ਉੱਥੋਂ ਦੇ ਉੱਥੇ ਨਾਲ ਨੇ। ਔਰ ਇਹੀ ਫਿਕਰ ਹੈ ਹੁਣ ਵਾਲੀ ਭਾਜਪਾ ਦਾ ਕਿ ਉਹ ਲੋਕਾਂ ਨੂੰ ਆਪਣੇ ਤੋਂ ਵਿਰੋਧੀ ਧਿਰ ਦੇ ਨਾਲ ਖੜੇ ਰੱਖਣਾ ਨਹੀਂ ਚਾਹੁੰਦੀ। ਕਿਸੇ ਵੇਲੇ ਦੇਖੋ ਉਹਨੇ ਨਾਅਰਾ ਦਿੱਤਾ ਵੀ ਹਿੰਦੁਸਤਾਨ ਦੇ ਵਿੱਚੋਂ ਕਾਂਗਰਸ ਮੁਕਤ ਹਿੰਦੁਸਤਾਨ ਅਸੀਂ ਕਰ ਦੇਣਾ, ਉਹ ਕਾਮਯਾਬ ਨਹੀਂ ਹੋਏ। ਉਹਨਾਂ ਨੇ ਇਹ ਕਿਹਾ ਵੀ ਇੱਥੇ ਵਿਰੋਧੀ ਧਿਰ ਦਾ ਕੋਈ ਬੰਦਾ ਹੀ ਨਹੀਂ ਰਹੂਗਾ, ਉਹ ਕਾਮਯਾਬ ਨਹੀਂ ਹੋਏ, ਕਿਉਂਕਿ ਲੋਕ ਜਿਹੜੇ ਨੇ ਆਪਣੇ ਹੱਕਾਂ ਪ੍ਰਤੀ ਲਗਾਤਾਰ ਚੇਤਨ ਹੋ ਰਹੇ ਨੇ। ਕਿਸਾਨ ਮੂਵਮੈਂਟ ਨੇ ਭਾਜਪਾ ਨੂੰ ਇਸ ਵੇਲੇ ਭਾਜਣਾ ਪਾਈਆਂ ਹੋਈਆਂ ਨੇ ਉੱਤਰੀ ਭਾਰਤ ਦੇ ਵਿੱਚ, ਉਸ ਦਾ ਨਾਮੋ ਨਿਸ਼ਾਨ ਮਿਟਾਉਣ ਲਈ ਕਿਸਾਨ ਜਥੇਬੰਦੀਆਂ ਸਾਹਮਣੇ ਨਿੱਤਰ ਕੇ ਆ ਗਈਆਂ ਨੇ, ਔਰ ਉਹਨਾਂ ਦਾ ਪ੍ਰਭਾਵ ਇੰਨਾ ਜ਼ਿਆਦਾ ਪੈ ਰਿਹਾ ਵੀ ਹੌਲੀ ਕਰਕੇ ਪਹਿਲਾਂ ਇਹ ਕਹਿੰਦੇ ਸੀ ਵੀ ਗੱਲ ਇਕੱਲੀ ਪੰਜਾਬ ਦੀ ਗੱਲ ਆ, ਇਹ ਕਹਿਣ ਲੱਗ ਪਏ ਹਰਿਆਣੇ ਦੀ ਗੱਲ ਆ, ਹੁਣ ਹਰਿਆਣਾ ਦੀ, ਤੇ ਹੁਣ ਉਹ ਕਹਿਣਾ ਸ਼ੁਰੂ ਕਰਨ ਲੱਗ ਪੈਣਗੇ ਕੁਝ ਦਿਨਾਂ ਤਾਈਂ, ਅੱਜ ਤਾਂ ਨਹੀਂ ਕੱਲ ਨੂੰ ਕਹਿਣ ਲੱਗ ਪਵੇਂਗੇ ਵੀ ਹਰਿਆਣਾ ਪੰਜਾਬ ਦੀ ਗੱਲ ਦੇ ਨਾਲ ਨਾਲ ਭਾਈ ਹੁਣ ਉੱਤਰੀ ਭਾਰਤ, ਉੱਤਰੀ ਜਿਹੜਾ UP ਹੈ ਉਸ ਦਾ ਕੁਛ ਹਿੱਸਾ ਵੀ ਇਸ ਸਾਰੀ ਮਾਰ ਦੇ ਵਿੱਚ ਆ ਗਿਆ। ਪਰ ਉਹ ਭੁੱਲ ਗਏ ਨੇ ਕਿ ਪੱਛਮੀ ਬੰਗਾਲ ਦੇ ਵਿਚਲੇ ਜਿਹੜੇ ਕਿਸਾਨ ਨੇ ਉਹ ਵੀ ਉੱਠੇ ਹੋਏ ਨੇ। ਮਹਾਰਾਸ਼ਟਰ ਦੇ ਵਿੱਚ ਬਹੁਤ ਵੱਡੀ ਰੈਲੀ ਕਰਕੇ ਉਹਨਾਂ ਨੇ ਆਪਣੀ ਗੱਲ ਸਾਹਮਣੇ ਰੱਖੀ ਆ। ਸੋ ਕਹਿਣ ਦਾ ਭਾਵ ਇਹ ਆ ਵੀ ਜਿੱਥੇ ਵੀ ਉਹਨਾਂ ਨੂੰ ਇਹ ਲੱਗਦਾ ਵੀ ਸਾਡੀ ਕੋਈ ਸੁਣਵਾਈ ਨਹੀਂ ਹੈ, ਉੱਥੇ ਉਹ ਆਪਣੇ ਵੱਲੋਂ ਯਤਨ ਕਰਦੇ ਨੇ। ਦੇਖੋ ਜਿਹੜੇ ਮੋਦੀ ਸਾਹਿਬ ਨੇ ਉਹ ਕਿਸੇ ਵੀ ਇਹੋ ਜਿਹੀ ਸ਼ਖਸੀਅਤ ਨੂੰ ਜਿਹੜੀ ਉਸ ਦੀ ਸ਼ਖਸੀਅਤ ਦੇ ਉੱਤੇ ਭਾਰੂ ਹੋ ਰਹੀ ਹੋਵੇ, ਉਸ ਨੂੰ ਉਹ ਤਹਿਸ਼-ਨਹਿਸ਼ ਕਰਨ ਦੇ ਮੂਡ ਦੇ ਵਿੱਚ ਹੁੰਦੇ ਨੇ। ਬਿਲਕੁਲ। ਸੋ ਇਸੇ ਕਰਕੇ ਉਹਨਾਂ ਨੂੰ ਆਪਣੀ ਸ਼ਖਸੀਅਤ ਤੋਂ ਭਾਰੂ ਲੱਗ ਰਹੀ ਮਮਤਾ ਬੈਨਰਜੀ ਨੂੰ ਹਰਾਉਣ ਦਾ ਉਸਨੇ ਫੈਸਲਾ ਕਰ ਰਿਹਾ। ਦੂਸਰਾ ਇਹ ਵੀ ਹੈ ਕਿ ਬਹੁਤ ਲਾਗੇ ਜਾ ਕੇ, ਬੰਗਾਲ ਦੇ ਲਾਗੇ ਜਾ ਕੇ ਇਹ ਸੂਬਾ ਪੈਂਦਾ, ਔਰ ਉਹਨੂੰ ਇਹ ਵੀ ਲੱਗਦਾ ਕਿ ਜੇ ਮੈਂ ਸਰਹੱਦਾਂ ਦੇ ਉੱਤੇ ਜਿਵੇਂ ਮੈਂ ਜੰਮੂ ਕਸ਼ਮੀਰ ਦੇ ਵਿੱਚ ਆਪਣਾ ਕਬਜ਼ਾ ਇੱਧਰਲੇ ਪਾਸੇ ਜਮਾ ਲਿਆ, ਹਾਂਜੀ, ਭਾਵੇਂ ਕਿ ਅਸਲ ਮਾਇਨੇ ਵਿੱਚ ਜਮਾ ਨਹੀਂ ਸਕਿਆ, ਧੱਕੜ ਸੋਚ ਦੇ ਨਾਲ ਹੀ ਇਹ ਕਾਬੂ ਕਰ ਸਕਿਆ, ਇੱਧਰ ਵੀ ਆਪਣਾ ਮੈਂ ਧੱਕੇ ਦੇ ਨਾਲ ਕਾਬੂ ਕਰ ਲਿਆ। ਪਰ ਅਸਲ ਦੇ ਵਿੱਚ ਤੁਸੀਂ ਦੇਖੋਗੇ ਆਉਣ ਵਾਲੇ ਰਿਜ਼ਲਟਸ ਦੇ ਵਿੱਚ ਮੇਰੀ ਇਹ ਪੇਸ਼ੇਨਗੋਈ ਹੈ ਕਿ ਭਾਜਪਾ ਉਹ ਕੁਝ ਨਹੀਂ ਕਰ ਸਕੇਗੀ ਜਿਹੜੀ ਦੀ ਆਸ ਲਾ ਕੇ ਉਹ ਬੈਠੀ ਆ, ਕਿਉਂਕਿ ਲੋਕ ਜਿਹੜੇ ਨੇ ਉਹ ਜ਼ਿਆਦਾ ਚੇਤਨ ਹੋ ਗਏ ਨੇ। ਔਰ ਕਿਸਾਨ, ਪੱਛਮੀ ਬੰਗਾਲ ਦਾ ਕਿਸਾਨ ਵੀ ਜਿਹੜਾ ਹੈ ਉਹ ਵੀ ਤੁਹਾਨੂੰ ਦਿਸੇਗਾ ਕਿ ਮੋਦੀ ਦੇ ਉਲਟ ਵਿੱਚ ਖੜਾ ਹੋਏਗਾ। ਔਰ ਇਹ ਗੱਲ ਹੁਣ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਰਹਿ ਗਈ ਕਿ ਕਿਸਾਨ ਮੂਵਮੈਂਟ ਨੇ ਭਾਜਪਾ ਦੀਆਂ ਜੜ੍ਹਾਂ ਜਿਹੜੀਆਂ ਨੇ ਹਿਲਾ ਦਿੱਤੀਆਂ ਨੇ। ਤੇ ਆਉਣ ਵਾਲਾ ਸਮਾਂ, ਚਾਹੇ ਉਹ ਪੰਜਾਬ ਦੀ ਇਲੈਕਸ਼ਨ ਦਾ ਹੋਵੇ, ਚਾਹੇ ਉਹ UP ਦੀ ਇਲੈਕਸ਼ਨ ਦਾ ਹੋਵੇ, ਚਾਹੇ 2022 ਦੇ ਵਿੱਚ ਤੁਸੀਂ ਦੇਖ ਲਿਓ, ਚਾਹੇ ਉਹ ਜਨਰਲ ਇਲੈਕਸ਼ਨ ਦਾ ਹੋਵੇ, ਉਹਦੇ ਵਿੱਚ ਭਾਜਪਾ ਨੂੰ ਆਪਣੀਆਂ ਜਿਹੜੀਆਂ
ਹੱਥਾਂ ਨਾਲ ਦਿੱਤੀਆਂ ਹੋਈਆਂ ਗੰਢਾਂ ਨੇ ਉਹ ਮੂੰਹ ਦੇ ਨਾਲ ਖੋਲਣੀਆਂ। ਚਲੋ ਉਮੀਦ ਕਰਦੇ ਆ ਕਿ ਇਦਾਂ ਹੀ ਹੋਵੇ। ਫਿਲਹਾਲ ਜੋ ਤੁਸੀਂ ਕਹਿੰਦੇ ਹੋ ਕਿ ਇਹ ਇਕੱਲੀ ਉੱਤਰੀ ਭਾਰਤ ਦੀ ਜਿਹੜੀ ਜੰਗ ਹੈ ਉਹਨੂੰ ਮੰਨਿਆ ਜਾ ਰਿਹਾ ਕਿਸਾਨੀ ਸੰਘਰਸ਼ ਨੂੰ, ਹਰਿਆਣੇ ਦੇ ਵਿੱਚ ਦੇਖਿਆ ਜਾ ਰਿਹਾ ਕਿ ਲਗਾਤਾਰ ਪਹਿਲਾਂ ਅਸੀਂ ਦੇਖਦੇ ਸੀ ਖੱਟਰ ਸਾਹਿਬ ਦਾ ਵਿਰੋਧ ਕੀਤਾ ਜਾਂਦਾ, ਹੁਣ ਦੁਸ਼ਯੰਤ ਚੌਟਾਲਾ ਦਾ ਵੀ ਇਹੀ ਹਾਲ ਹੈ। ਕੱਲ੍ਹ ਉਹ ਕਿਤੇ ਜਾ ਰਹੇ ਸੀਗੇ ਤੇ ਉਹਨਾਂ ਨੂੰ ਆਪਣਾ ਰੁਖ ਬਦਲਣਾ ਪੈ ਰਿਹਾ। ਤੁਹਾਨੂੰ ਲੱਗਦਾ ਹੈ ਕਿ ਦੁਸ਼ਯੰਤ ਚੌਟਾਲਾ ਜਿਹੜਾ ਕਹਿੰਦਾ ਸੀ ਕਿ ਮੈਂ ਕਿਸਾਨਾਂ ਦੇ ਨਾਲ ਖੜਿਆ ਹਾਂ, ਉਹਨੂੰ ਇਹ ਮੌਕਾ ਹੈ ਅਸਤੀਫਾ ਦੇ ਕੇ ਆਪਣੀ ਇੱਕ ਵੱਡੀ ਇਮੇਜ ਬਣਾਉਣ ਦਾ? ਜਤਿੰਦਰ ਜੀ, ਦੇਵੀ ਲਾਲ ਇੱਕ ਇਹੋ ਜਿਹਾ ਵਿਅਕਤੀ ਸੀ ਹਰਿਆਣੇ ਦਾ ਜਿਸ ਨੂੰ ਉੱਥੋਂ ਦੇ ਕਿਸਾਨ ਪੂਜਿਆ ਕਰਦੇ ਸੀ ਜੀ। ਦੇਵੀ ਲਾਲ ਤੇ ਬਾਦਲ ਸਾਹਿਬ ਦੀ ਆਪਸ ਵਿੱਚ ਜਾਰੀ ਬਹੁਤ ਵੱਡੀ ਆ, ਮੁੱਢ ਤੋਂ ਰਹੀ। ਉਸ ਪਰਿਵਾਰ ਦੇ ਨਾਲ ਚੌਟਾਲਾ ਪਰਿਵਾਰ ਤੇ ਬਾਦਲ ਪਰਿਵਾਰ ਇੱਕ ਦੂਜੇ ਦੇ ਪਰਿਵਾਰਾਂ ਦੀ ਰਾਖੀ ਕਰਦਾ ਰਿਹਾ, ਜ਼ਮੀਨ ਜਾਇਦਾਦ ਦੇ ਮਾਮਲੇ ਤੱਕ ਵੀ ਜੀ। ਤੋ ਦੇਵੀ ਲਾਲ ਦਾ ਪੜਪੋਤਾ ਇਸ ਵੇਲੇ ਦੁਸ਼ਯੰਤ ਚੌਟਾਲਾ ਹੈ, ਜਿਹੜਾ ਜਨ ਨਾਇਕ ਜਨਤਾ ਪਾਰਟੀ ਦਾ ਚੌਧਰੀ ਬਣ ਕੇ ਇਸ ਵੇਲੇ ਡਿਪਟੀ ਚੀਫ ਮਿਨਿਸਟਰ ਦੇ ਅਹੁਦੇ ਤੇ ਬੈਠਾ ਜੀ। ਦੇਵੀ ਲਾਲ ਕਦੇ ਲੋਕ ਦਲ ਦਾ ਪ੍ਰਬੰਧਕ ਸਾਰਾ ਕੁਝ ਬਣ ਕੇ ਭਾਰਤ ਦਾ 6ਵਾਂ ਉਪ ਪ੍ਰਧਾਨ ਮੰਤਰੀ ਬਣਿਆ ਰਿਹਾ ਜੀ। ਤੋ ਪੜਪੋਤੇ ਤੋਂ ਆਪਣੇ ਦਾਦੇ ਤੋਂ ਅਗਲਾ ਪੜਦਾਦੇ ਤੋਂ ਲੈ ਕੇ ਪੜਪੋਤੇ ਤੱਕ ਦਾ ਸਫ਼ਰ ਜਿਹੜਾ ਹੈ ਉਹ ਬਹੁਤ ਹੀ ਅਜੀਬ ਹੈ ਜੀ। ਅਜੀਬ ਇਸ ਕਰਕੇ ਮੈਂ ਕਹਿੰਦਾ ਵੀ ਦੇਵੀ ਲਾਲ ਦਾ ਕਹਾਂ ਓਮ ਪ੍ਰਕਾਸ਼ ਚੌਟਾਲਾ ਆਇਆ ਤੇ ਉਹ ਉਸ ਤੇ ਕਹਾਂ ਅਜੈ ਚੌਟਾਲਾ ਤੇ ਅਵੈ ਚੌਟਾਲਾ ਦੋਏ ਲੜਕੇ ਆਏ। ਓਮ ਪ੍ਰਕਾਸ਼ ਜਿਹੜਾ ਹੈ ਜੇਲ੍ਹ ਦੇ ਵਿੱਚ ਬੈਠਾ, ਤੁਹਾਡੇ ਸਾਹਮਣੇ ਆ ਕਿਵੇਂ ਉਸ ਦੇ ਉੱਤੇ ਸਾਰੀਆਂ ਗੱਲਾਂ ਬਾਤਾਂ ਵਾਪਰੀਆਂ ਨੇ। ਪਰ ਦੁਸ਼ਯੰਤ ਚੌਟਾਲਾ ਜਿਹੜਾ ਕਿ ਅਜੈ ਚੌਟਾਲਾ ਦਾ ਲੜਕਾ ਹੈ, ਜਾਣੀ ਓਮ ਪ੍ਰਕਾਸ਼ ਚੌਟਾਲੇ ਦਾ ਪੋਤਾ ਹੈ, ਉਹ ਇੱਕ ਇਹੋ ਜਿਹੀ ਲੈ ਦੇ ਕੇ ਆਪਣੇ ਪਰਿਵਾਰ ਤੋਂ ਉਲਟ ਜਾ ਕੇ, ਆਪਣੀ ਪਰਿਵਾਰ ਦੀ ਸੋਚ ਤੋਂ ਉਲਟ ਜਾ ਕੇ ਭਾਜਪਾ ਦੇ ਨਾਲ ਆਪਣੀ ਆੜੀ ਬਣਾ ਬੈਠਾ, ਸਿਰਫ ਇਸ ਸ਼ਰਤ ਦੇ ਉੱਤੇ ਕਿ ਮੈਨੂੰ ਚੌਧਰ ਦੇ ਦਿਓ, ਮੈਂ ਡਿਪਟੀ ਸੀਐਮ ਦੇ ਦਿਓ। ਤੇ ਉਸ ਨੇ ਕਿਸਾਨਾਂ ਦੇ ਨਾਲ ਖੜੇ ਰਹਿ ਕੇ ਗੱਲਾਂ ਤਾਂ ਬਹੁਤ ਸਾਰੀਆਂ ਕੀਤੀਆਂ ਨੇ, ਪਰ ਕਿਸਾਨਾਂ ਦੇ ਹੱਕਾਂ ਦੀ ਗੱਲ ਨਹੀਂ ਕੀਤੀ, ਜਿਨ੍ਹਾਂ ਦੇ ਕਾਰਨ ਉਹ ਕੁਰਸੀ ਦੇ ਉੱਤੇ ਬੈਠਾ। 7-8 ਉਹਦੇ ਐਮਐਲਏ ਨੇ, ਉਹਨਾਂ ਐਮਐਲਏ ਦੇ ਵਿੱਚੋਂ ਵੀ ਕੁਛ ਇੱਕ ਨੇ ਕਹਿ ਦਿੱਤਾ ਵੀ ਭਾਈ ਜੇ ਤੇਰੇ ਇਹੀ ਚੱਲੇ ਰਹਿਣੇ ਨੇ ਤੇ ਅਸੀਂ ਪਾਸੇ ਹੋ ਕੇ ਬਹਿ ਜਾਣਾ। ਤੇ ਜਿੱਦਣ ਉਹ ਪਾਸੇ ਹੋ ਕੇ ਬੈਠ ਗਏ 2-3-4 ਬੰਦੇ, ਉਸ ਵੇਲੇ ਭਾਈ ਆਹ ਜਿਹੜਾ ਸਾਡੇ ਕੋਲ ਖੱਟੜ ਬਣਿਆ ਬੈਠਾ ਹਰਿਆਣੇ ਦਾ ਮੁੱਖ ਮੰਤਰੀ, ਇਹਦੀ ਕੁਰਸੀ ਵੀ ਜਾਂਦੀ ਰਹਿਣੀ ਤੇ ਹੁਣ ਪ੍ਰੈਸ਼ਰ ਅਸਲ ਵਿੱਚ ਜਿਵੇਂ ਕਿ ਬਾਦਲ ਪਰਿਵਾਰ ਦੇ ਉੱਤੇ ਪਿਆ ਸੀ ਤੇ ਉਸ ਦੀ ਨੂੰਹ ਰਾਣੀ ਨੂੰ ਆਪਣਾ ਅਸਤੀਫਾ ਦੇਣਾ ਪੈ ਗਿਆ ਸੀ। ਬਿਲਕੁਲ ਦੇਵੀ ਲਾਲ ਜਿਹੜਾ ਬਾਦਲ ਦਾ ਆੜੀ ਰਿਹਾ, ਉਸ ਦੇ ਪੜਪੋਤੇ ਦੇ ਉੱਤੇ ਵੀ ਹੁਣ ਉਸ ਕਿਸਮ ਦਾ ਦਬਾਅ ਪੈ ਰਿਹਾ ਜੀ। ਤੇ ਇਹੀ ਦਬਾਅ ਪਾਉਣ ਦੀ ਖਾਤਰ ਕਿਸਾਨ ਜਿਹੜੇ ਨੇ, ਜਿੱਥੇ ਵੀ ਉਹ ਜਾਂਦਾ, ਜਿੱਥੇ ਵੀ ਉਹ ਆਪਣੀ ਗੱਲ ਕਰਨ ਲਈ ਪਹੁੰਚਦਾ, ਜਿੱਥੇ ਵੀ ਉਹ ਆਪਣੀ ਕੋਈ ਸਰਗਰਮੀ ਕਰਦਾ, ਉੱਥੇ ਵਿਰੋਧ ਲਈ ਪਹੁੰਚ ਜਾਂਦੇ ਨੇ। ਔਰ ਦੇਖੋ ਆ ਹਰਿਆਣੇ ਦੇ ਵਿੱਚ ਹੋਇਆ ਕੀ ਆ ਵੀ ਜੇ 4 ਘੰਟੇ ਉਹਨੂੰ ਦਬਾ ਕੇ ਰੱਖਿਆ ਗਿਆ, ਕਿਸੇ ਪਾਸੇ ਨਿਕਲ ਨਹੀਂ ਦਿੱਤਾ ਗਿਆ, ਤੇ ਜੇ ਉਹ ਹੈਲੀਕਾਪਟਰ ਤੇ ਚੜ੍ਹ ਕੇ ਉੱਪਰ ਨੂੰ ਤੁਰ ਗਿਆ ਤੇ ਕਾਲੇ ਝੰਡੇ ਉਹਨੂੰ ਦਿਖਾਉਣ ਲੱਗ ਪਏ ਉੱਥੋਂ ਦੇ ਕਿਸਾਨ ਜਿਹੜੇ ਨੇ। ਤੋ ਇਹ ਕਿਸੇ ਵੀ ਸਿਆਸਤਦਾਨ ਦੀ ਲਾਈਫ ਦੇ ਵਿੱਚ ਬਹੁਤ ਵੱਡਾ ਇੱਕ ਮਤਲਬ ਉਹਦੇ ਲਈ ਸ਼ਰਮਨਾਕ ਗੱਲ ਹੁੰਦੀ ਹੈ ਵੀ ਉਸਦੇ ਆਪਣੇ ਲੋਕ ਜਿਨ੍ਹਾਂ ਨੇ ਉਹਨੂੰ ਚੁਣਿਆ ਹੋਵੇ, ਉਹ ਉਹਨਾਂ ਦੇ ਵਿਰੋਧ ਦੇ ਵਿੱਚ ਖੜੇ ਹੋ ਕੇ ਇਸ ਕਿਸਮ ਦੀਆਂ ਗੱਲਾਂ ਕਰਨ। ਸੋ ਇਹ ਇਸ ਵੇਲੇ ਦੁਸ਼ਯੰਤ ਚੌਟਾਲਾ ਨੂੰ ਵੀ ਮੈਂ ਸਮਝਦਾ ਵੀ ਭਾਵੇਂ ਮਜਬੂਰੀ ਬਾਸੀ ਸਹੀ, ਕਿਸਾਨਾਂ ਦੇ ਹੱਕ ਦੇ ਵਿੱਚ ਆਪਣੀ ਗੱਲ ਜਿਹੜੀ ਆ ਕਰਨੀ ਚਾਹੀਦੀ ਹੈ, ਅਸਤੀਫਾ ਦੇ ਦੇਣਾ ਚਾਹੀਦਾ। ਖੱਟੜ ਦੀ ਸਰਕਾਰ ਟੁੱਟਦੀ ਤੇ ਟੁੱਟ ਜਾਏ, ਕੱਲ ਨੂੰ ਦੁਸ਼ਯੰਤ ਜਿਹੜਾ ਹੈ ਉਹ ਵੀ ਆਪਣਾ ਉਸ ਵਿਅਕਤੀ, ਉਸ ਟਕੈਤ ਵਰਗਾ ਆਪਣਾ ਇਮੇਜ ਬਣਾ ਸਕਦਾ ਹਰਿਆਣੇ ਦੇ ਵਿੱਚ। ਜਿਸ ਕਿਸਮ ਦਾ ਟਕੈਤ ਨੇ 4 ਹੰਝੂ ਕੇਰ ਕੇ ਪੂਰੀ ਯੂਪੀ ਨੂੰ ਨਹੀਂ ਸਗੋਂ ਸਮੁੱਚੇ ਭਾਰਤ ਦੇ ਕਿਸਾਨਾਂ ਦੇ ਵਿੱਚ ਆਪਣੀ ਇੱਕ ਵੱਖਰੀ ਕਿਸਮ ਦੀ ਦਿੱਖ ਬਣਾ ਲਈ। ਔਰ ਜਿਹੜੇ ਬਾਰੇ ਇਹ ਕਿਹਾ ਜਾਂਦਾ ਸੀ ਵੀ ਇਹ ਤਾਂ ਭਾਜਪਾ ਦਾ ਹਮਾਇਤੀ ਆ, ਤੇ ਅੱਜ ਉਹ ਗਿਣਿਆ ਇਹ ਜਾਣ ਲੱਗ ਪਿਆ ਵੀ ਇਹ ਇੱਕੋ ਹੀ ਇੱਕ ਇਹੋ ਜਿਹਾ ਕਿਸਾਨ ਨੇਤਾ ਜਿਹੜਾ ਲੋਕਾਂ ਦੇ ਦਰਦ ਨੂੰ, ਕਿਸਾਨਾਂ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝ ਸਕਦਾ। ਵਾਕਈ ਬਹੁਤ ਬਹੁਤ ਧੰਨਵਾਦ ਪਲਾਹੀ ਸਾਹਿਬ, ਤੁਸੀਂ ਸਾਡੇ ਲਈ ਸਮਾਂ ਕੱਢਿਆ ਔਰ ਸਾਡੇ ਨਾਲ ਗੱਲਬਾਤ ਕੀਤੀ। ਮਿਹਰਬਾਨੀ ਜੀ, ਸ਼ੁਕਰੀਆ ਜਤਿੰਦਰ ਜੀ, ਧੰਨਵਾਦ।
ਇਹ ਸੀ ਸੀਨੀਅਰ ਪੱਤਰਕਾਰ ਪਲਾਹੀ ਜੀ, ਜਿਨ੍ਹਾਂ ਦਾ ਮੰਨਣਾ ਹੈ ਕਿ ਵਾਕਈ ਦੁਸ਼ਯੰਤ ਚੌਟਾਲਾ ਦੇ ਕੋਲ ਇੱਕ ਮੌਕਾ ਹੈ ਕਿ ਉਹ ਲੋਕ ਨਾਇਕ ਬਣ ਸਕੇ, ਪਰ ਸ਼ਾਇਦ ਕੁਰਸੀ ਜਿਹੜੀ ਹੈ ਉਹਦਾ ਨਸ਼ਾ ਅਲੱਗ ਹੈ, ਜਿੱਦਾਂ ਕਹਿ ਲਓ ਕਿ ਉਹ ਹੌਲੀ ਹੌਲੀ ਛੱਡਦੀ ਹੈ, ਤੇ ਜਦੋਂ ਤੱਕ ਅਹਿਸਾਸ ਹੁੰਦਾ ਹੈ ਸ਼ਾਇਦ ਉਦੋਂ ਤੱਕ ਸਮਾਂ ਜਿਹੜਾ ਹੈ ਉਹ ਅੱਗੇ ਲੰਘ ਜਾਂਦਾ ਹੈ। ਮੈਂ ਹਰ ਵਾਰ ਤੁਹਾਡੇ ਲਈ ਖਬਰਾਂ ਲੈ ਕੇ ਆਉਂਦਾ ਰਹਾਂਗਾ। ਦੇਖਦੇ ਰਹੋ ਪੰਜਾਬ ਮੇਲ USA TV। ਤੁਹਾਡਾ ਬਹੁਤ ਬਹੁਤ ਧੰਨਵਾਦ।